ਵਡਹੰਸ ਮਹਿਲਾ ਪਹਿਲਾ। ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋਵਾ। ਸੱਚਾ ਘਰ ਸੱਚੜੈ ਸੇਵੀਐ, ਸੱਚ ਖਰਾ ਸਚਿਆਰੋਵਾ। ਬਾਬਾ ਆਇਆ ਹੈ ਉੱਠ ਚੱਲਣਾ, ਇਹ ਜਗ ਝੂਠ ਪਸਾਰੋਵਾ। ਸੱਚਾ ਘਰ ਸੱਚੜੈ ਸੇਵੀਐ, ਸੱਚ ਖਰਾ ਸਚਿਆਰੋਵਾ। ਕੂੜ ਲੱਭ ਜਾਂ ਥਾਏ ਨਾ ਪਾਸੀ, ਅੱਗੇ ਲਹੈ ਨਾ ਠਾਓ। ਅੰਤਰ ਆਓ ਨਾ ਬੈਸਹੁ ਕਹੀਐ, ਜਿਉ ਸੁਣੈ ਘਰ ਕਾਉ। ਜੰਮਣ ਮਰਨ ਵੱਡਾ ਵਿਛੋੜਾ, ਬਿਨਸੈ ਜਗ ਸਬਾਏ। ਲੱਭ ਧੰਦੈ ਮਾਇਆ ਜਗਤ ਭੁਲਾਇਆ, ਕਾਲ ਖੜਾ ਰੁਆਏ। ਲੱਭ ਧੰਦੈ ਮਾਇਆ ਜਗਤ ਭੁਲਾਇਆ, ਕਾਲ ਖੜਾ ਰੁਆਏ। ਜੰਮਣ ਮਰਨ ਵੱਡਾ ਵਿਛੋੜਾ, ਬਿਨਸੈ ਜਗ ਸਬਾਏ। ਲੱਭ ਧੰਦੈ ਮਾਇਆ ਜਗਤ ਭੁਲਾਇਆ, ਕਾਲ ਖੜਾ ਰੁਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ੇ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਿਆ, ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ। ਆਪਨੇ ਇੱਕ ਚੀਜ਼ ਨੋਟ ਕੀਤਾ ਹੈਗਾ, ਪਿਛਲੇ ਕੁਝ ਦਿਨਾਂ ਤੋਂ ਇਹ ਬਚਨ ਸਾਨੂੰ ਬਾਰੰਬਾਰ ਮਿਲ ਰਹੇ ਨੇ, ਤੇ ਜਿਹੜੇ ਬਚਨ ਬਾਰੰਬਾਰ ਮਿਲਦੇ ਨੇ ਨਾ, ਇਹਦਾ ਮਤਲਬ ਹੈ ਮਹਾਰਾਜ ਸਾਧ ਨੂੰ ਉਹਨਾਂ ਨੁਕਤਿਆਂ 'ਤੇ ਧਿਆਨ ਕਰਨ ਲਈ ਕਹਿ ਰਹੇ ਨੇ। ਹੁਣ ਗੁਰਦੇਵ ਸਾਡੇ ਹੱਥ ਪਕੜ ਕੇ ਤੇ ਨਹੀਂ ਕਹਿਣਗੇ ਨਾ ਆ ਕਰੋ ਤੇ ਆ ਖਾਓ ਤੇ ਆ ਨਾ ਖਾਓ,
ਸਿਆਣਾ ਅਧਿਆਪਕ ਵੀ ਕਦੇ ਇੱਦਾਂ ਨਹੀਂ ਕਰਦਾ, ਉਪਦੇਸ਼ ਕਰਦਾ, ਭਈਆ ਕਰ ਲਓ ਭਾਈ, ਪੜ੍ਹਾਈ ਕਰ ਲਓ, ਆਹ ਸਬਜੈਕਟ ਤੁਹਾਡੇ ਕਮਜ਼ੋਰ ਨੇ, ਇਹਨਾਂ 'ਤੇ ਧਿਆਨ ਕਰੋ ਆਪਣਾ, ਇਹਨਾਂ 'ਤੇ ਕੁਝ ਕੰਮ ਕਰ ਲਓ। ਅਤੇ ਜਦੋਂ ਕੋਈ ਸ਼ਬਦ ਲਗਾਤਾਰ 2 ਵਾਰ 3 ਵਾਰ 2-3 ਹਫ਼ਤੇ 'ਚ 2-3 ਵਾਰ ਆਏ ਅਤੇ ਸਮਝ ਲੈਣਾ ਕੁਝ ਖਾਸ ਹੈ। ਅਜੇ ਸਾਡੀ ਮਾਨਸਿਕਤਾ ਇੰਨੀ ਬਲਵਾਨ ਨਹੀਂ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਪਕੜੀਏ। ਵਿਅਕਤੀਗਤ ਤੌਰ 'ਤੇ ਟਾਵਾਂ ਕੋਈ ਗੁਰਮੁਖ ਇਹਨਾਂ ਚੀਜ਼ਾਂ ਨੂੰ ਗ੍ਰਹਿਣ ਕਰਦਾ ਹੈ, ਪਰ ਅਜੇ ਅਸੀਂ ਵੇਖਿਆ ਸਾਡੀ ਸਮੂਹਿਕ ਚੇਤਨਾ ਸ਼੍ਰੀ ਮੁਖਵਾਕ ਦੇ ਗਿਆਨ ਤੋਂ ਦੂਰ ਹੈ। ਕਦੇ ਵਕਤ ਸੀ ਇੱਕ ਵਾਰ ਸ਼੍ਰੀ ਮੁਖਵਾਕ ਲੈ ਲੈਣਾ ਅਤੇ ਉਸ ਤੋਂ ਬਾਅਦ ਵਿੱਚ ਸਥਿਰ, ਬਸ ਫਿਰ ਆਰ ਪਾਰ, ਫਿਰ ਜੋ ਹੋਏਗਾ ਦੇਖਿਆ ਜਾਏਗਾ। ਅਸੀਂ ਇੱਥੇ ਪਹੁੰਚਣ ਦਾ ਯਤਨ ਕਰੀਏ ਕਿ ਮਹਾਰਾਜ ਦੇ ਬਚਨ ਜੋ ਪ੍ਰਾਪਤ ਹੋ ਰਹੇ ਨੇ, ਚਲੋ ਵਿਅਕਤੀਗਤ ਹੀ ਸਹੀ, ਸਮੂਹਿਕ ਚੇਤਨਾ ਨੂੰ ਬਦਲਣਾ ਸਾਡੇ ਵੱਸ ਨਹੀਂ ਹੁੰਦਾ। ਆਪਣੇ ਆਪ ਨੂੰ ਬਦਲਣਾ ਇਹ ਕੋਸ਼ਿਸ਼ ਤਾਂ ਕੀਤੀ ਜਾ ਸਕਦੀ ਹੈ। ਕੋਸ਼ਿਸ਼ ਕਰੀਏ, ਬਦਲਾਵ ਲਈਏ ਆਪਣੇ ਆਪ ਦੇ ਵਿੱਚ, ਅਤੇ ਜੋ ਗੁਰੂ ਕਹਿ ਰਹੇ ਨੇ ਉਸ ਨੂੰ ਸੱਤ ਕਰਕੇ ਸਵੀਕਾਰ ਕਰ ਲਈਏ, ਫਿਰ ਸੱਤ ਕਰਕੇ ਮੰਨ ਲਈਏ। ਅਤੇ ਅੱਜ ਵੀ ਕਿਹਾ ਨਾ, ਭਾਂਡਾ ਹੱਛਾ ਸੋਏ ਜੋ ਤਿਸ ਭਾਵਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਇੱਕ ਗੱਲ ਸਮਝ ਆਈ ਹੈ ਕਿ ਅਸੀਂ ਆਪਣੇ ਵੱਲੋਂ ਜਿਤਨੇ ਮਰਜ਼ੀ ਯਤਨ ਕਰ ਲਈਏ, ਹੋਣਾ ਹੁੰਦਾ ਉਹੀ ਹੈ ਜੋ ਪ੍ਰਭੂ ਜੀ ਨੂੰ ਪ੍ਰਵਾਨ ਹੁੰਦਾ ਹੈ। ਅਸੀਂ ਵੀ ਆਪਣੇ ਆਪ ਨੂੰ ਪੂਜਾ ਪਾਠ ਕਰਦੇ ਹਾਂ ਅਤੇ ਕਹਿੰਦੇ ਬੜੇ ਚੰਗੇ ਹਾਂ ਜੀ, ਬੜੇ ਚੰਗੇ ਹਾਂ। ਕਦੇ ਕਦੇ ਅਸੀਂ ਆਪਣੀ ਪਿੱਠ ਆਪੇ ਥਾਪੜ ਲੈਂਦੇ ਹਾਂ, ਨਹੀਂ ਤਾਂ ਇੱਕ ਦੂਜੇ ਦੀ ਥਾਪੜ ਦੇ ਰਹਿੰਦੇ, ਵਾਹ ਜੀ ਵਾਹ ਵਾਹ, ਬੜੇ ਭਾਈ ਜੀ ਚੰਗੇ। ਪਰ ਚੰਗਾ ਉਹੀ ਹੈ ਜੋ ਗੁਰੂ ਦੀ ਨਜ਼ਰੇ ਚੜ੍ਹ ਜਾਏ। ਇੱਥੇ ਇੱਕ ਦੂਜੇ ਦੀ ਨਜ਼ਰ ਪ੍ਰਵਾਨ ਹੋ ਜਾਣਾ, ਚੰਗੇ ਲੱਗਣਾ ਠੀਕ ਹੈ, ਚੰਗਾ ਹੈ ਵੀ, ਪਰ ਗੁਰੂ ਸਾਹਿਬ ਦੀ ਨਜ਼ਰੇ ਪ੍ਰਵਾਨ ਹੋਣਾ ਹੀ ਅਲਟੀਮੇਟ ਆਖਰੀ ਚੰਗਾ ਹੈ। ਜੇ ਉਸ ਨਜ਼ਰ ਵਿੱਚ ਪ੍ਰਵਾਨ ਨਾ ਹੋ ਸਕੇ ਤੇ ਫਿਰ ਸਾਡੀ ਹਾਲਤ ਕੀ ਹੋਣੀ ਆ? ਆਲਾਹਣੀਆਂ ਦਾ ਪਾਠ ਕਰਦਿਆਂ ਅਸੀਂ ਕਈ ਵਾਰ ਦੇਖ ਰਹੇ ਹਾਂ, ਔਰ ਇਹ ਸਾਡਾ ਆਉਣ ਵਾਲੇ ਸਮੇਂ ਦਾ ਇੱਕ ਮਾਰਗ ਦਰਸ਼ਨ ਹੈ ਵੀ ਇਸ ਰਾਹ ਤੋਂ ਅਸਾਂ ਲੰਘਣਾ ਹੈ। ਜਿਸ ਰਸਤੇ ਤੋਂ ਜਾਣਾ ਹੋਵੇ, ਜੇ ਉਹਦੇ ਬਾਬਤ ਦੱਸਿਆ ਜਾਣ ਲੱਗ ਪਏ ਤੇ ਸਿਆਣਿਆਂ ਨੂੰ ਚਾਹੀਦਾ ਕਿ ਉਸ ਰਸਤੇ ਦੇ ਬਾਰੇ ਸਮਝੀਏ। ਔਰ ਇਸ ਰਸਤੇ ਦੇ ਬਾਰੇ ਦੱਸਿਆ ਗਿਆ ਵੀ ਇੱਥੇ 2 ਪੱਖ ਐਸੇ ਨੇ, ਜੇ ਤੁਸੀਂ ਹੁਣ ਬੈਠੇ ਤਿਆਰੀ ਕਰ ਲਓਗੇ ਤੇ ਰਸਤੇ ਦੇ ਰੰਗ ਢੰਗ ਬਦਲ ਜਾਣਗੇ। ਅਤੇ ਅੱਜ ਵੀ ਇਹੀ ਜਿਹੀਆਂ ਕੁਝ ਗੱਲਾਂ ਮਹਾਰਾਜ ਕਹਿ ਰਹੇ ਨੇ। ਇੱਕ ਪਾਸੇ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਧੋਏ ਹੱਛਾ ਹੋਏ ਸੀ। ਭਾਈ ਤੂੰ ਇੱਥੇ ਗੁਰੂ ਸਤਸੰਗਤ ਵਿੱਚ ਆ, ਗੁਰੂ ਕੇ ਪਿਆਰ ਵਿੱਚ ਨੂੰ ਪ੍ਰਾਪਤ ਕਰ ਅਤੇ ਆਪਣੇ ਚਿੱਤ ਰੂਪੀ ਭਾਂਡੇ ਨੂੰ ਧੋ ਲਾ, ਜੀਵਾਤਮ ਨੂੰ ਸ਼ੁੱਧ ਕਰ ਲੈ, ਨਹੀਂ ਤਾਂ ਫਿਰ ਸੱਚੇ ਬਾਬਾ ਆਇਆ ਹੈ ਉੱਠ ਚੱਲਣਾ। ਇਹ ਤਾਂ ਆਖਰੀ ਸੱਚ ਹੈ ਹੀ ਨਾ। ਜੇ ਅਸੀਂ ਆਪਣੇ ਆਪ ਨੂੰ ਸਵਾਰ ਸਕੇ ਤਦ ਵੀ, ਨਹੀਂ ਸਵਾਰ ਸਕੇ ਤਦ ਵੀ, ਜਾਣਾ ਤੇ ਹੈ, ਚੱਲਣਾ ਤੇ ਹੈ, ਬਾਬਾ ਆਇਆ ਹੈ ਉੱਠ ਚੱਲਣਾ। ਇਹ ਗੱਲ ਤੇ 100% ਪ੍ਰਪੱਕ ਹੈ। ਭਾਵੇਂ ਇੱਥੇ ਸਿਕੰਦਰ ਆਇਆ, ਉਹ ਵੀ ਉੱਠ ਕੇ ਚਲਾ ਗਿਆ। ਦੁਨੀਆ ਦਾ ਵੱਡੇ ਤੋਂ ਵੱਡਾ ਕੋਈ ਰਾਜਾ ਸਤਵਾਦੀ ਹਰਿਸ਼ਚੰਦਰ ਹੋਏਗਾ, ਉਹ ਵੀ ਚਲਾ ਗਿਆ। ਹੋ ਸਕਦਾ ਦੁਨੀਆ ਦਾ ਅਹੰਕਾਰੀ ਹਰਨਾਕਸ਼ ਹੋਏਗਾ, ਉਹ ਵੀ ਚਲਾ ਗਿਆ। ਮੂਰਖਤਾ ਨਾਲ ਭਰਿਆ ਹੋਇਆ ਰਾਵਣ ਹੋਏਗਾ, ਉਹ ਵੀ ਚਲਾ ਗਿਆ। ਇੱਥੇ ਨਾ ਕੋ ਸਿਆਣਾ ਤੇ ਨਾ ਕੋ ਮੂਰਖ, ਕੋਈ ਨਾ ਰਹੇ ਰਾਜਾ ਰਾਣਾ। ਨਾ ਕੋ ਮੂਰਖ ਨਾ ਕੋ ਸਿਆਣਾ, ਅਤੇ ਨਾਲੇ ਕਹਿੰਦੇ ਨੇ ਕੋਈ ਨਾ ਰਹੇ ਰਾਜਾ ਰਾਣਾ। ਇੱਥੇ ਤੇ ਚਲੇ ਜਾਣਾ ਹੈ, ਅਤੇ ਫਿਰ ਕਮ ਸੇ ਕਮ ਜਿੱਥੇ ਜਾਣਾ ਹੈ ਅਤੇ ਜਿਸ ਰਸਤੇ 'ਤੇ ਜਾਣਾ ਹੈ, ਇਹਦੇ ਬਾਰੇ ਵੀ ਤਾਂ ਕਦੇ ਕਦੇ ਖਿਆਲ ਕਰ ਲਿਆ ਕਰੀਏ ਨਾ। ਅਤੇ ਕਹਿਣ ਲੱਗੇ ਫਿਰ ਦੇਖ, ਜੇ ਇੱਥੇ ਬੈਠ ਕੇ ਅੰਦਰ ਆਤਮੇ ਨੂੰ ਤੂੰ ਧੋਤਾ ਨਹੀਂ
ਆਪਣੇ ਹਿਰਦੇ ਦੀ ਮੈਲ ਨੂੰ ਤੂੰ ਅਗਰ ਨਹੀਂ ਉਤਾਰ ਪਾਇਆ ਤੇ ਫਿਰ ਦੇਖ ਲੈ ਭਾਈ, ਇੱਦਾਂ ਦਾ ਹਾਲਾਤ ਵਰਤਣੇ ਆ, ਤੂੰ ਵੀ ਕੁਛ ਕਰ ਲੈ। ਬਾਬਾ ਆਇਆ ਹੈ ਉੱਠ ਚੱਲਣਾ, ਇਹ ਜੱਗ ਝੂਠ ਪਸਾਰੋ ਵਾ। ਇਹ ਗੱਲ ਤੇਰੀ ਸਮਝ ਆ ਜਾਏ ਕਿ ਦੁਨੀਆ ਝੂਠ ਦਾ ਪਸਾਰਾ ਹੈ। ਝੂਠ ਦਾ ਪਸਾਰਾ ਇਸ ਕਰਕੇ ਕਿਹਾ ਜਾਂਦਾ ਇਹਨੂੰ ਕਿ ਹੈ ਪਰ ਹੰਡਦੀ ਨਹੀਂ ਹੈ। ਅਸੀਂ ਕਹਾਂਗੇ ਦੇਖੋ ਜੀ 100 ਸਾਲ ਹੋ ਗਿਆ, ਇੰਨੇ 100 ਸਾਲ ਪੁਰਾਣੇ ਰੁੱਖ ਖੜ੍ਹੇ ਨੇ, ਇੰਨੇ 100 ਸਾਲ ਪੁਰਾਣੀ ਸੱਭਿਅਤਾ ਖੜ੍ਹੀ ਹੈ, ਇਮਾਰਤਾਂ ਖੜ੍ਹੀਆਂ ਨੇ, ਸਾਡੇ ਰਿਵਾਜ, ਸਾਡਾ ਧਰਮ, ਸਾਡਾ ਸਭ ਕੁਝ ਪੁਰਾਣਾ ਹੈ। ਠੀਕ ਹੈ, ਪੁਰਾਣਾ ਹੈ, ਪਰ ਕਿੰਨਿਆਂ ਦੇ ਨਾਲ ਹੰਡਿਆ ਹੈ। ਕਿੰਨੇ ਜੀ ਐਸੇ ਨੇ ਜਿਨ੍ਹਾਂ ਦੇ ਬਾਬਤ ਅਸੀਂ ਕਹਿ ਸਕਦੇ ਹਾਂ ਦੇਖੋ ਜੀ, ਇਸ ਪੁਰਾਤਨਤਾ ਦੇ ਨਾਲ, ਇਸ ਰੁੱਖਾਂ ਦੇ ਨਾਲ, ਇਸ ਪ੍ਰਕਿਰਤ ਦੇ, ਕੁਦਰਤ ਦੇ ਨਾਲ, ਇਸ ਦੁਨੀਆ ਦੇ ਰੰਗ ਤਮਾਸ਼ੇ ਦੇ ਨਾਲ ਉਹ ਲੈ ਕੇ ਚਲੇ ਗਏ, ਹੰਡ ਗਿਆ ਪਈ ਇਹ ਦੂਰ ਤੱਕ, ਪ੍ਰਭੂ ਦੇ ਘਰ ਤੱਕ ਛੱਡੇ ਪਹੁੰਚਾ ਹੈ ਨਾ ਭਾਈ। ਐਸਾ ਅਜੇ ਤੱਕ ਕਦੇ ਨਹੀਂ ਹੋਇਆ। ਇੱਕ ਬੜਾ ਪਿਆਰਾ ਬਚਨ ਹੈ, ਕਿਤੇ ਪਾਠ ਕਰਦਿਆਂ ਲੱਭੇ ਤੇ ਪੜ੍ਹਨਾ। ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ। ਸਾਡੇ ਤੋਂ ਪਹਿਲਾਂ ਜਿਹੜੇ ਜੀ ਚਲੇ ਗਏ ਨੇ, ਜੇ ਕੁਛ ਨਾਲ ਲੈ ਗਏ ਨੇ ਨਾ, ਤੇ ਤੂੰ ਵੀ ਸੰਚ ਲੈ, ਬੰਨ ਲੈ ਪੰਡ ਜਿੰਨੀ ਬੰਨ ਸਕਦਾ। ਪਰ ਇਹ ਤਾਂ ਪੰਡ ਬੰਨੀ ਜੇ ਤੇਰੇ ਤੋਂ ਪਹਿਲਾਂ ਕੋਈ ਇੱਥੋਂ ਜਾਣ ਲੱਗਾ ਪੰਡ ਚੁੱਕ ਕੇ ਲੈ ਗਿਆ ਤਾਂ। ਤੇ ਜੇ ਸਾਡੇ ਤੋਂ ਪਹਿਲਾਂ ਜਾਣ ਲੱਗਾ ਕੋਈ ਪੰਡ ਚੁੱਕ ਕੇ ਲੈ ਕੇ ਹੀ ਨਹੀਂ ਗਿਆ, ਸਭ ਕੁਝ ਇੱਥੇ ਧਰਿਆ ਰਹਿ ਗਿਆ, ਤੇ ਫਿਰ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਜੱਗ ਝੂਠ ਪਸਾਰੋ ਹੈ। ਇਹ ਸਾਥ ਨਹੀਂ ਦਿੰਦਾ। ਵਰਤੋ, ਹੰਡੋ, ਹੰਡਾਓ। ਇੱਥੇ ਜੋ ਜ਼ਿੰਮੇਵਾਰੀਆਂ ਲੱਗੀਆਂ ਨੇ ਨਿਭਾਓ। ਇੱਥੇ ਜੋ ਜੋ ਕਰਮ ਤੇ ਕਿਰਤ ਪ੍ਰਾਪਤ ਹੋਈ ਹੈ ਰੱਜ ਕੇ ਕਰੀਏ, ਕਿਉਂਕਿ ਉਹਦੇ ਨਾਲ ਆਲੇ ਦੁਆਲੇ ਕਈਆਂ ਜੀਆਂ ਦੇ ਸੰਬੰਧ ਹੁੰਦੇ ਨੇ। ਇਸ ਕਰਕੇ ਵਿਹਲੇ ਹੋ ਕੇ ਛੱਡ ਕੇ ਮਤ ਬੈਠੋ, ਪਰ ਇਸ ਨੂੰ ਕਿਰਤ ਦੇ ਮੁਕਾਮ 'ਤੇ, ਕਿਰਤ ਦੇ ਮੰਡਲਾਂ ਨੂੰ ਸਮਝ ਲਈਏ ਵੀ ਇਸ ਕਿਰਤ ਦਾ, ਇਸ ਕਰਮ ਦਾ ਜੋ ਸਾਨੂੰ ਬਾਹਰ ਸੰਸਾਰ ਸਮਾਜ ਵਿੱਚ ਮਿਲਿਆ, ਮੈਨੂੰ ਸਭ ਛੱਡ ਕੇ ਚਲੇ ਜਾਣਾ ਹੈ। ਅੱਜ ਜਿਵੇਂ ਜਿਵੇਂ ਅਸੀਂ ਕਦੇ ਕਦੇ ਵੇਖਿਆ ਹੋਣਾ ਨਾ, ਮੁਲਾਜ਼ਮਤ ਵਿੱਚ ਮੁਲਾਜ਼ਮ ਆਉਂਦੇ ਨੇ, ਨਿਯਤ ਟਾਈਮ 'ਤੇ ਆ ਕੇ ਕੰਪਿਊਟਰ ਆਨ ਕਰਦੇ ਨੇ, ਘੜੀ 'ਤੇ ਸੂਈ ਨਿਯਤ ਟਾਈਮ 'ਤੇ ਪਹੁੰਚੀ, ਉਹਨਾਂ ਕੰਪਿਊਟਰ ਆਫ ਕਰਤਾ। ਇੰਨੇ ਘੰਟੇ, ਇੰਨੇ ਮਿੰਟ ਕੰਮ ਕਰਨਾ ਹੈ, ਕਰ ਦਿੱਤਾ। ਉਸ ਤੋਂ ਬਾਅਦ ਨਹੀਂ। ਕੰਪਨੀ ਨੂੰ ਘਾਟਾ ਹੁੰਦਾ ਹੈ ਕਿ ਮੁਨਾਫਾ ਹੁੰਦਾ ਹੈ, ਕੀ ਹੁੰਦਾ ਹੈ, ਕਿਵੇਂ ਹੁੰਦਾ, ਇਹ ਉਹਨੂੰ ਨਹੀਂ ਮਤਲਬ। ਉਹ ਆਉਂਦਾ ਹੈ, ਆਪਣਾ ਕੰਮ ਕਰਦਾ ਹੈ। ਹਾਂ, ਕੰਮ ਇਮਾਨਦਾਰੀ ਨਾਲ ਕਰਦਾ ਹੈ। ਜਿਤਨੇ ਘੰਟੇ ਕੰਮ ਕਰਨਾ ਹੈ ਉਹ ਪੂਰੀ ਇਮਾਨਦਾਰੀ ਨਾਲ ਕਰੋ, ਅਤੇ ਜਿਤਨੇ ਕੰਮ ਕਰਨਾ ਹੈ, ਜਿਤਨੀ ਮਿਹਨਤ ਮਸ਼ੱਕਤ, ਜਿਤਨੀ ਯੋਗਤਾ ਹੈ, ਪੂਰੀ ਲਾ ਦਿਓ। ਅਤੇ ਜੇ ਕੋਈ ਮੁਲਾਜ਼ਮ ਇਸ ਢੰਗ ਨਾਲ ਕੰਮ ਕਰਦਾ ਹੈ ਕਿ ਸਮੇਂ 'ਤੇ ਸ਼ੁਰੂ ਕਰਦਾ ਹੈ ਅਤੇ ਸਮੇਂ 'ਤੇ ਸੰਪੂਰਨ ਕਰ ਦਿੰਦਾ ਹੈ, ਅਤੇ ਆਪਣੀ ਜਿਤਨੀ ਯੋਗਤਾ ਹੈ ਪੂਰੀ ਲਾ ਕੇ ਇਮਾਨਦਾਰੀ ਨਾਲ ਕਰਦਾ ਹੈ, ਅਤੇ ਫਿਰ ਐਸਾ ਮਤਲਬ ਹੀ ਨਹੀਂ ਕਿ ਕੰਪਨੀ ਨੂੰ ਨੁਕਸਾਨ ਹੋਵੇ। ਕਿਉਂਕਿ ਫਿਰ ਹਰ ਮੁਲਾਜ਼ਮ ਅਗਰ ਐਸਾ ਕਰਨ ਲੱਗ ਪਵੇ ਤਾਂ ਫਿਰ ਘਾਟਾ ਹੀ ਕੋਈ ਨਹੀਂ। ਘਾਟਾ ਕਦੋਂ ਹੁੰਦਾ? ਜਦੋਂ ਵਿੱਚ ਮੁਲਾਜ਼ਮ ਕੋਈ ਆਪਣੀ ਯੋਗਤਾ ਨਹੀਂ ਵਰਤਦਾ, ਲਾਪਰਵਾਹੀਆਂ ਕਰਦਾ ਹੈ, ਕਮਜ਼ੋਰੀ ਸ਼ਬਦ ਹੈ ਪੁਰਾਣਾ, ਕਮਜ਼ੋਰੀ ਕਰਦਾ ਹੈ। ਠੀਕ ਇਸੇ ਤਰ੍ਹਾਂ ਜਿਵੇਂ ਇੱਥੋਂ ਦੇ ਬਹੁਤ ਸਾਰੇ ਮੁਲਾਜ਼ਮ ਅਤੇ ਚੇਤਨਾ ਕਰਤੇ ਦੀ ਇਸ ਦੁਨੀਆ ਰੂਪੀ ਫੈਕਟਰੀ ਦੇ ਅਸੀਂ ਸਾਰੇ ਮੁਲਾਜ਼ਮ ਹੀ ਹਾਂ। ਸਾਨੂੰ ਸਾਰਿਆਂ ਨੂੰ ਇੱਕ ਵੱਖਰੀ ਵੱਖਰੀ ਡਿਊਟੀ ਮਿਲੀ ਹੈ, ਤੂੰ ਆਹ ਕਰਨਾ ਹੈ, ਤੂੰ ਆਹ ਕਰਨਾ ਹੈ। ਸਾਡੀ ਜਨਮ ਤੋਂ ਕਹਾਣੀ ਸ਼ੁਰੂਆਤ ਹੋਈ ਹੈ, ਜਿਸ ਦਿਨ ਸਾਹ ਮੁੱਕ ਗਏ ਉਦੋਂ ਸਾਡਾ ਕੰਪਿਊਟਰ ਆਫ ਹੋ ਜਾਣਾ ਹੈ। ਅਸੀਂ ਕਿਤਨੇ ਸਿਆਣੇ ਹੋਈਏ, ਇਸ ਦਿਮਾਗ ਦੀ ਕਿਸੇ ਵਰਤੋਂ ਮੁੜ ਕੇ ਥੋੜ੍ਹਾ ਕਰਨੀ ਹੈ। ਸੁਣਿਆ ਕਿਸੇ ਵਿਗਿਆਨਕ ਦਾ ਦਿਮਾਗ ਲੋਕਾਂ ਨੇ ਕੱਢ ਕੇ ਰੱਖਿਆ ਹੋਇਆ, ਵੀ ਇਹ ਕਿਤਨਾ ਕੁ ਜ਼ਰਖੇਜ਼ ਸੀ, ਕਿਤਨਾ ਕੁ ਤੇਜ਼ ਸੀ, ਕਿੱਦਾਂ ਕੰਮ ਕਰਦਾ ਸੀ। ਪਰ ਸੱਚ ਚਰਣਾ ਉਹ ਮਾਸਤਾ ਟੁਕੜਾ ਅਤੇ ਕੁਝ ਪੀਸ ਰੱਖਿਆ ਹੋਇਆ, ਬੰਦਾ ਨਹੀਂ ਰਹਿ ਪਾਇਆ। ਲੱਭਦੇ ਰਹੋ, ਬਸ ਇੰਨਾ ਲੱਭ ਪਾਓਗੇ ਚ ਕਿੰਨੇ ਤੰਤੂ ਸੀ, ਕਿੰਨਾ ਕੁਝ ਸੀ, ਅਤੇ ਗਿਣਤੀ ਮਿਣਤੀ ਹੋ ਚੁੱਕੀ ਹੈ। ਬਾਅਦ ਵਿੱਚ ਕੁਛ ਨਹੀਂ ਹੈ। ਉਦੋਂ ਤੱਕ ਕਿ ਜਦ ਤੱਕ ਤੇਲ ਦੀਵੇ ਮੁਖ ਬਾਤੀ, ਤਬ ਸੂਝੇ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ, ਰੇ ਬੌਰੇ ਤੁਹੀ ਘਰ ਹੀ ਨਾ ਰਾਖੈ ਕੋਈ। ਤੇ ਬਾਬਾ ਫਿਰ ਕੀ ਕਰਾਂ?
कहने लगे तू राम नाम जप सोई। अज कहने लगे जग झूठ पसारो आए, गल समझ ले जगत झूठ का पहाड़ है। दुनिया का एक दर्शन इसनूं सत कहंदा है। शायद हैरान असीं हुंदे आ, सतगुरु भी इस जगत नूं सत कहंदे ने। पता क्यों सत है? इसे तरह का ही है, इहदा सच भी इसे तरह का ही है। और जो सत ते सच ते ही ते भेद है। जो है जैसा है, अगर वैसा ही सानू समझ आ गई तो सानू सत दी समझ आ गई। तो जदों जो है जैसा है वैसा समझ नहीं पा रहे, असीं उसनूं अपने तरीके नाल बदलण की कोशिश कर रहे हाँ, तो फिर सानू सत दी समझ नहीं आई। सत दी समझ ये है कि भाई बंदा जिउंदा है, ये भी सत है। अगले वारे सुनेहा आउंदा बंदा मर गया, ये भी सत है। शायद इसे करके साडे वडेरे ने एक शब्द दिता है, फलाना सत हो गया जी। क्योंकि सच का ये रूप ही कैसा है, इसकी व्याख्यावां नहीं कीआं, इनू किसी परिभाषित तरीके दे नाल असीं नहीं कर पाए। जो है सत है। हुण असीं इत्थे बैठे हाँ, सच हाँ, पर झूठ इस करके हाँ कि अगले पल होवांगे कि नहीं, दावा तो नहीं ना, पता नहीं सानू अगला साह किसी नूं मिलना कि नहीं मिलना। बड़ी बार मनुख दावे करता है, ऐसे ऐसे कई दर्शन वेखे ने, मनुख दस्तखत करने वास्ते पैन चुक लैंदा है, कागज़ ते डाट पा लैंदा है, पर दस्तखत नहीं होंदे, क्योंकि करता दा हुक्म सत है ना। यही झूठ है कि असीं हाँ पर होवांगे नहीं। ये जग झूठ पसारो आए, ये जग झूठ का पसारा है। फिर की करिए? जब समझ आ जाए तो फिर कुछ तो करांगे ना। दो तरीके ने जिन्होंने ये गल समझ आ गई। आ वेख्या होना साडे आले दुआले एक बैरागी मंडल है। बैराग आ जाता भी जगत ते कुछ भी नहीं, मदद ते कोई नहीं, साथी कोई नहीं, संगी कोई नहीं। फिर की करिए? उस बैराग विच आया होया बंदा घर बार छड्ड जांदा है। बैराग का अगर डाउनफॉल आ जाए, दूजा पासा निवाणा पलट जाए तो मनुख सुसाइड कर लैंदा है। पर असीं की करिए? असीं ते गुरु नानक साहब दे सेवक आ ना। असीं ना तो घर बार छड्ड के पहाड़ां ते जा बैठना भी हाँ जी कोई नहीं, सब झूठ है, जिवें बड़े बड़े दुनिया के लोग है। भरथरी वर्गे राजे जिन्होंने ये गल समझ आ गई कि ये जगत झूठ है, ये साथ नहीं निभदा, वो राजपाट छड्ड के बह गए। आ कदे उज्जैन जाण दा वक़्त मिले तो भरथरी की गुफा उत्थे हैगी है। अपने ही राजपाट विच, अपने ही शहर दे विच राजपाट सिंघासन महल सब छड्ड के नदी के किनारे गुफा बना के बैठ गया। मैं नहीं किते जांदा। असीं ऐसा तो नहीं करना। शायद अपनी याद है बड़ा लंबे समय बाद उसे दे संप्रदायिक वजों सी कदे नादी संतानां दे विचों गुरु नानक पातशाह साहब नाल मुलाकातां हुंदियां ने। असीं पावन बाणी पढ़ते हैं, भरथरी का जिक्र गुरबाणी च हैगा। जदों उस मंडल दे जिवें सी कहने बाबा फरीद की पीढ़ी चलती सी, तां भरथरी की पीढ़ी चलती सी, पर मशहूर नहीं हो पाए। गुरु नानक पातशाह साहब नाल उन्हां दी मुलाकातां होईयां। कहो नानक सुन भरथर जोगी खीवा अमृत धारे दे बचन अमृतमई गुरु नानक पातशाह बचन उन्हां दे प्रति उचारे गए। इसदा मतलब उदों गुरु नानक की दृष्टि चो प्रवान हो रहे हैं, क्योंकि उन्होंने फिर मंगां कीतियां सी, पुछे सी बाबा कि असीं रस्ता बदल लईए। तो महाराज कहन लगे नहीं, हुण यही सत है, हुण रस्ता मत बदलो। तुसीं बैराग धारण कर लिया, तुसीं जोगी बन गए हो, हुण तुहाडे लई यही सत है। हुण फिर झूठ होएगा कि तुसीं फिर वापस चले जाओ। नहीं, तुहाडा सत हुण ये है, तुहाडा हुण जो होनी है ना, इहदे विच ही तुसां कुछ होना है, तुसीं इसे नूं स्वीकार कर लो। अज कह लगे फिर असीं की करिए? सिख होने के नाते कहने लगे काम कर लो। सच्चा घर सच्चड़ा सेवीए। भाई तुसीं सच्चे घर आओ। सच्चा घर जिवें हुण आपां इस मुकाम ते आ गए हाँ, इत्थे सच 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 वरतदा है, पर आपां नूं पता है साडे अंदर भी बहुत सारे घर ने। 17 घर असीं राग ताल वालियां तो गुरबाणी च पढ़े ने। वो राग वालियां वास्ते दसे जाते हैं, पर शब्द जो असीं गुरबाणी नूं
ਦਾਰਸ਼ਨਿਕ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਅੰਦਰ 17 ਸਟੈਪ ਨੇ ਜਿਹੜੇ ਘੱਟੋ ਘੱਟ ਸਾਨੂੰ ਪੂਰੇ ਕਰਨੇ ਨੇ। ਜਿਵੇਂ ਕਿਸੇ ਨਾਚ ਨੂੰ ਪੂਰਾ ਕਰਨ ਵਾਸਤੇ ਸਟੈਪ ਪੂਰੇ ਕਰਨੇ ਪੈਂਦੇ ਨੇ, ਕਿਸੇ ਰਾਗ ਨੂੰ ਪੂਰਾ ਕਰਨ ਵਾਸਤੇ ਵੀ ਸਟੈਪ ਪੂਰੇ ਕਰਨੇ ਪੈਂਦੇ ਨੇ, ਲੈ ਅਤੇ ਤਾਲ ਮੇਨਟੇਨ ਕਰਨ ਵਾਸਤੇ ਵੀ ਸਟੈਪ ਪੂਰੇ ਕਰਨੇ ਪੈਂਦੇ ਨੇ। ਪਰ ਉਹ ਅਲੱਗ ਅਲੱਗ ਹੁੰਦੇ ਨੇ, ਕਿਤੇ ਸੁਰ ਨਾਲ ਸੰਬੰਧ ਰੱਖਦੇ ਨੇ, ਕਿਤੇ ਗਿਆਨ ਨਾਲ ਸੰਬੰਧ ਰੱਖਦੇ ਨੇ, ਕਿਤੇ ਸਰੀਰ ਦੇ ਤਾਲਾਂ ਦੇ ਨਾਲ ਸੰਬੰਧ ਰੱਖਦੇ ਨੇ। ਅਤੇ ਜਦੋਂ ਅਸੀਂ ਦਾਰਸ਼ਨਿਕ ਪੰਡਿਤ ਗੁਰਬਾਣੀ ਦੇ ਘਰ ਲੱਭਦੇ ਹਾਂ ਅਤੇ ਫਿਰ ਸਾਡੀ ਚੇਤਨਾ ਦੇ ਨਾਲ ਸੰਬੰਧ ਰੱਖਦੇ ਨੇ, ਸਾਡੀ ਸੁਰਤ ਨਾਲ ਸੰਬੰਧ ਰੱਖਦੇ ਨੇ। ਇਹ ਘਰ ਨੇ ਸਾਡੇ। ਅਸੀਂ ਕਦੇ ਕ੍ਰੋਧ ਦੇ ਘਰ ਹੁੰਦੇ ਹਾਂ, ਕਦੇ ਲੋਭ ਦੇ ਘਰ ਹੁੰਦੇ ਹਾਂ, ਕਦੇ ਕਾਮ ਦੇ ਘਰ 'ਚ ਹੁੰਦੇ ਹਾਂ। ਜਿਵੇਂ ਕਿ ਘਰ 'ਚ ਕਈ ਕਮਰੇ ਹੁੰਦੇ ਨੇ ਅਤੇ ਕੀ ਕਹਿੰਦੇ ਹੋ, ਕਦੇ ਅਸੀਂ ਸਟੋਰ ਰੂਮ 'ਚ ਬੈਠੇ ਹਾਂ ਜੀ, ਕਦੇ ਅਸੀਂ ਸਟੱਡੀ ਰੂਮ 'ਚ ਬੈਠੇ ਹਾਂ ਜੀ, ਕਦੇ ਅਸੀਂ ਮਹਿਮਾਨ ਖਾਨੇ ਜੋ ਡਰਾਇੰਗ ਰੂਮ ਕਹਿੰਦੇ ਹੋ, ਡਰਾਇੰਗ ਰੂਮ 'ਚ ਬੈਠੇ ਹਾਂ, ਕਦੀ ਗੈਸਟ ਹਾਊਸ 'ਚ ਬੈਠੇ ਹਾਂ, ਕਦੀ ਬੈਡਰੂਮ 'ਚ ਬੈਠੇ ਹਾਂ। ਹੈ ਤਾਂ ਘਰ ਇੱਕੋ ਹੀ ਨਾ, ਪਰ ਇੱਕੇ ਘਰ ਦੇ ਵਿੱਚ ਕਿਤਨੇ ਸਾਰੇ ਤੁਸੀਂ ਘਰ ਬਣਾਏ ਹੋਏ ਨੇ। ਇਸੇ ਤਰ੍ਹਾਂ ਇੱਕੋ ਹੀ ਸਾਡਾ ਸਰੂਪ ਮੰਡਲ ਹੈ, ਪਰ ਉਹਦੇ ਵਿੱਚ ਹੀ ਬਹੁਤ ਸਾਰੇ ਪੱਖ ਨੇ। ਅਸੀਂ ਕਦੇ ਨਿੰਦਾ ਕਰ ਰਹੇ ਹੁੰਦੇ ਹਾਂ, ਕਦੇ ਚੁਗਲੀ ਕਰ ਰਹੇ, ਅਤੇ ਕਦੇ ਕਦੇ ਆਪਾਂ ਉਸਤਤ ਵੀ ਕਰ ਰਹੇ ਹੁੰਦੇ ਹਾਂ। ਇਹ ਨਹੀਂ ਕਿ ਨਹੀਂ ਕਰਦੇ, ਕਦੇ ਕਦੇ ਅਸੀਂ ਸਿਫਤ ਵੀ ਕਰ ਰਹੇ ਹੁੰਦੇ ਹਾਂ, ਭਗਤੀ ਵੀ ਕਰ ਰਹੇ ਹੁੰਦੇ ਹਾਂ, ਪ੍ਰੇਮ ਵੀ ਕਰ ਰਹੇ ਹੁੰਦੇ ਹਾਂ। ਇਹ ਸਾਰੇ ਸਾਡੇ ਅੰਦਰ ਦੇ ਘਰ ਨੇ। ਅਤੇ ਕਦੇ ਕਦੇ ਅਸੀਂ ਝੂਠ ਕਰ ਰਹੇ ਹੁੰਦੇ ਹਾਂ, ਕਦੇ ਕਦੇ ਅਸੀਂ ਸੱਚ ਕਰ ਰਹੇ ਹੁੰਦੇ ਹਾਂ। ਅਤੇ ਮਹਾਰਾਜ ਕਹਿਣ ਲੱਗੇ ਫਿਰ ਇਹ ਕਰੋ, ਸੱਚੇ ਘਰ 'ਚ ਰਿਹਾ ਕਰੋ। ਸੱਚੇ ਘਰ 'ਚ ਹਮੇਸ਼ਾ ਇਸ ਇਮਾਰਤ 'ਚ ਨਹੀਂ ਰਹਿ ਸਕਦੇ ਨਾ, ਪਰ ਸੱਚੇ ਘਰ ਵਿੱਚ ਰਿਹਾ ਜਾ ਸਕਦਾ ਹੈ। ਭਾਵ ਸੱਚ 'ਤੇ ਆਧਾਰਿਤ ਸੱਚ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ। ਮਹਾਰਾਜ ਕਹਿਣ ਲੱਗੇ ਸੱਚੜਾ ਘਰ। ਫਿਰ ਉੱਥੇ ਜਾ ਕੇ ਕੀ ਕਰੀਏ, ਬਹਿ ਜਾਈਏ ਚੁੱਪ ਕਰਕੇ? ਨਹੀਂ, ਸੱਚੜਾ ਸੇਵੀਐ, ਸੱਚੇ ਦੀ ਸੇਵਾ ਕਰਿਆ ਕਰੋ। ਕਿਉਂਕਿ ਜਿਸ 'ਤੇ ਘਰ ਜਾਈਏ ਕਿ ਘਰ ਜਾ ਕੇ ਬਹਿ ਜਾਈਦੇ ਨਹੀਂ। ਠੀਕ ਹੈ, ਸੰਸਾਰਿਕ ਤੌਰ 'ਤੇ ਜਦੋਂ ਅਸੀਂ ਮਹਿਮਾਨ ਬਣ ਕੇ ਜਾਂਦੇ ਹਾਂ ਤਾਂ ਅਸੀਂ ਬਹਿ ਜਾਂਦੇ ਵੀ ਅਗਲਾ ਖਾਏ ਖਵਾਏ ਸਾਨੂੰ ਜਿਸ ਤਰ੍ਹਾਂ ਹੋਵੇ। ਪਰ ਇੱਥੇ ਅਸੀਂ ਮਹਿਮਾਨ ਬਣ ਕੇ ਤਾਂ ਨਹੀਂ ਆਉਣਾ ਨਾ, ਇੱਥੇ ਤੇ ਸੇਵਕ ਬਣ ਕੇ ਆਉਣਾ, ਪਿਆਰੇ ਭਗਤ ਬਣ ਕੇ ਆਉਣਾ। ਸੱਚੇ ਦੇ ਘਰ ਗਏ ਹੋ, ਸੱਚੇ ਦੀ ਸੇਵਾ ਕਰੋ। ਜਿਵੇਂ ਗੁਰਦੁਆਰੇ ਆਈਦਾ ਅਤੇ ਗੁਰੂ ਕੀ ਸੇਵਾ ਕਰਦੇ ਹੋ ਨਾ। ਕੋਈ ਮੰਦਰ ਜਾਂਦਾ ਅਤੇ ਉੱਥੋਂ ਦੇ ਜੋ ਇਸ਼ਟ ਦੇਵ ਹੁੰਦੇ ਦੀ ਸੇਵਾ ਕਰਦੇ ਹੋ। ਕੋਈ ਦੇਵੀ ਦੇ ਮੰਦਰ ਜਾਂਦਾ, ਦੇਵੀ ਦੀ ਸੇਵਾ ਕਰਦਾ। ਗੁਰੂ ਦੇ ਘਰ ਹੁੰਦਾ ਅਤੇ ਗੁਰੂ ਦੀ ਸੇਵਾ ਕਰਦਾ। ਉਹ ਸੱਚੇ ਦੇ ਘਰ ਜਾਂਦੇ ਹੋ ਅਤੇ ਸੱਚੇ ਦੀ ਸੇਵਾ ਕਰੋ। ਅਤੇ ਸੱਚਾ ਕੌਣ ਹੈ? ਸੱਚਾ ਤੇ ਕੋ ਓਂਕਾਰ ਹੀ ਹੈ ਨਾ। ਇਹੀ ਸੱਚ ਹੈ। ਫਿਰ ਇਹੀ ਪੜ੍ਹਦੇ ਨਾ, ਸਾਨੂੰ ਤਾਂ ਇਹੀ ਦੱਸਿਆ ਗਿਆ ਵੀ ਇੱਕ ਓਂਕਾਰ ਸੱਤ ਹੈ, ਇੱਕ ਓਂਕਾਰ ਹੀ ਸੱਤ ਹੈ। ਅਸੀਂ ਪੜ੍ਹਦੇ ਇੱਕ ਓਂਕਾਰ ਸੱਤ, ਔਰ ਇਹੀ ਇਹਦਾ ਨਾਮ ਹੈ। ਇਹੀ ਅਸਾਂ ਜਪਣਾ ਹੈ। ਇਸ ਨੂੰ ਜਪਣ ਵਾਸਤੇ ਜੋ ਸਾਨੂੰ ਸ਼ਬਦ ਜੋੜ ਮੰਤਰ ਰੂਪ ਦਿੱਤਾ ਗਿਆ ਉਹ ਗੁਰੂ ਵਾਹਿਗੁਰੂ ਹੈ। ਅਸਾਂ ਜਦੋਂ ਵਾਹਿਗੁਰੂ ਕਹਿੰਦੇ ਹਾਂ ਉਹਦਾ ਮਤਲਬ ਹੁੰਦਾ ਇੱਕ ਓਂਕਾਰ ਸੱਤ। ਠੀਕ ਹੈ, ਭਾਸ਼ਾ ਟੀਕਾ 'ਚ ਅਲੱਗ ਅਲੱਗ ਅਰਥ ਕੀਤੇ ਜਾਂਦੇ ਨੇ। ਉਹ ਵਿਆਕਰਣ ਦੇ ਮੰਡਲ ਇੱਕ ਪਹਿਲਾ ਉਹਨਾਂ ਦਾ ਪਲੇਟਫਾਰਮ ਅਲੱਗ ਹੁੰਦਾ ਹੈ। ਪਰ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਇਹਦਾ ਮਤਲਬ ਕੀ ਹੁੰਦਾ ਹੈ? ਪਰਮਾਤਮਾ। ਇਹਦਾ ਮਤਲਬ ਹੈ ਇੱਕ ਓਂਕਾਰ, ਨਿਰੰਕਾਰ, ਓਂਕਾਰ, ਜੋ ਮਰਜੀ ਕਹਿ ਲਓ, ਪਰ ਉਹ ਇੱਕ ਓਂਕਾਰ ਸੱਤ ਹੈ। ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸਿਆ ਹੈ ਇੱਕ ਓਂਕਾਰ ਸੱਤ, ਅਤੇ ਸੱਤ ਹੀ ਉਹਦਾ ਨਾਮ ਹੈ। ਅਸੀਂ ਇਸੇ 'ਤੇ ਪਹੁੰਚਣਾ ਹੈ। ਸੱਚਾ ਘਰ ਸੱਚੜਾ ਸੇਵੀਐ। ਅੱਛਾ ਮਹਾਰਾਜ, ਸੱਚ ਕਿਹੋ ਜਿਹਾ? ਕਹਿਣ ਲੱਗੇ ਸੱਚ ਖਰਾ। ਫਿਰ ਸੱਚ ਖਰਾ ਵੀ ਜੇ ਸੱਚ ਦੀ ਪਰਿਭਾਸ਼ਾ ਹੀ ਇਹ ਨਹੀਂ ਕਹਿ ਕਿ ਸੱਚ ਖਰਾ ਹੁੰਦਾ। ਸੱਚ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ। ਸੱਚ ਮਿਲਾਵਟ ਹੋ ਹੀ ਨਹੀਂ ਸਕਦੀ, ਕਿਉਂਕਿ ਸੱਚ ਸੱਚ ਹੈ। ਜਦੋਂ ਵੀ ਕਿਤੇ ਸੰਸਾਰ ਦਾ ਕੋਈ ਤਾਪ ਲੱਗੇਗਾ ਸੱਚ ਨਿਰਾਲਾ ਹੋ ਜਾਏਗਾ। ਆ ਸੰਸਾਰ ਦੇ ਤਮਾਮ ਧਾਤੂਆਂ ਜੋ ਸ਼ੁੱਧ ਕਰਤੇ ਨੇ ਬਣਾਈਆਂ ਨੇ, ਇਹਨਾਂ ਦੇ ਵਿੱਚ ਮਿਲਾਵਟ ਨਹੀਂ ਹੋ ਸਕਦੀ। ਅੱਜ ਵੀ ਸੋਨਾ ਹੈ, ਚਾਂਦੀ ਹੈ, ਇਹ 'ਚ ਮਿਲਾਵਟ ਨਹੀਂ ਹੋ ਸਕਦੀ। ਅਸੀਂ ਲੱਖ ਵਾਰ ਕਹਾਂਗੇ ਕਿ ਲੋਕ ਕਾਰੀਗਰ 'ਚ ਮਿਲਾਵਟ ਕਰਦੇ ਨੇ। ਜਰਾ ਕੁ ਤਪਾ ਕੇ ਦੇਖੋ ਇਹਨਾਂ ਨੂੰ, ਸੋਨਾ ਸ਼ੁੱਧ ਆਪੇ ਪਾਸੇ ਹਟ ਜਾਂਦਾ ਹੈ, ਮੈਲ ਸਾਰੀ ਪਾਸੇ ਹੋ ਜਾਂਦੀ ਹੈ। ਉਹ ਭਾਈ ਸਾਡੇ ਅੰਦਰ ਵੀ ਕਈ ਪ੍ਰਕਾਰ ਦੀ ਮਿਲਾਵਟਾਂ, ਵਿਕਾਰਾਂ ਦੀਆਂ, ਵਿਚਾਰਾਂ ਦੀਆਂ, ਦੁਨੀਆ ਦੇ ਪ੍ਰਭਾਵਾਂ ਦੀਆਂ, ਸੰਸਕਾਰਾਂ ਦੀਆਂ, ਕਰਮਾਂ ਦੀਆਂ, ਧਰਮਾਂ ਦੀਆਂ ਪੈ ਗਈਆਂ ਹੋਣਗੀਆਂ। ਜਰਾ ਕੁ ਜਪ ਦੇ ਨਾਲ ਉਸਨੂੰ ਤਪਾ ਕੇ ਦੇਖੀ, ਸੱਤ ਨਿਰਾਲਾ ਹੋ ਜਾਣਾ ਹੈ। ਸਾਰੀ ਮੈਲ ਆਪਣੇ ਆਪ ਪਾਸੇ ਹੋ ਜਾਣੀ ਹੈ। ਅੱਜ ਜਿਨ੍ਹਾਂ ਨੇ ਕਿਤੇ ਸੋਨਾਰ ਦੇ ਕੁਠਾਲੀਆਂ ਨੂੰ ਦੇਖਿਆ ਹੈ, ਬਸ ਉਹ ਕੀ ਕਰਦੇ ਨੇ,
तमाम प्रकार के साडे गहने निके निके वक्रे वक्रे होणगे, कोठाली च पा के तपाना शुरू कर देंदे ने। तपदियां उन्हां दा सिस्टम इहो जिहा कि मैल अलग होण लग पैंदी है ते शुद्ध सोना जिहड़ा है वो पानी वांग तरदा तरदा किनारे हो जाता है। जिवें तेल ते पानी जिन्ने मर्जी मिलांदे रहो, कदे मिलने ते नहीं ना जरा को स्थिरता मिली। तेल अलग ते पानी अलग, हाँ स्थिरता नहीं है तो मिक्स होया पिया लगदा है। इवें साडा मन स्थिर नहीं है, इस करके बहुत कुछ मिलिया होया मिक्स लगदा है। ज्यों ज्यों मन स्थिर हुंदा है, टिकाव लैंदा है, ये तेल ते पानी अलग अलग हो जाता है, बिल्कुल अलग अलग हो जाते। इस तरह मैल ते साडा मन अलग अलग हो जाते हैं। तां ही कहते हैं गुरु द्वारे होए सोझी पाए सी। इत्थों सोझी मिलती है, इत्थे कोई वक्रियां क्रियावां नहीं कि बई ते 40 कर जां भुखा रह जां इदां ध्याया बैठ, नहीं। सोझी मिल जाएगी, तू टिक जा भाई, स्थिर हो जा, जितना को टिक सकता है। हर एक की अपनी अपनी समर्था है। हुण असीं ये तो नहीं कहते ना कि इत्थे 2.5 घंटे चौकड़ी मार के बैठे रहो, नहीं, संभव ही नहीं है भाई। जितना तुहाडे कोल समा है निजी अपने कार विहारां चों, उतना ही सही। फिर कहण लगे चेता रखना सच खरा है, सच खरा सचियारो वाह। ये जो सच्चे सच है ना, तो जिथे सच खरा जिन्हों प्राप्त हो जाता है उन्होंने की कहिंदे ने, उस नूं तो सचियार कहिंदे ने। तो गुरु नानक पातशाह जी ने साडे सामने यही तो सवाल रखे है ना, किव सचियारा हुई है। श्री जपजी साहब जी का पाठ प्यारे सारे अमृत वेले सवेरे करते हैं, गाहे बगाहे आउंदे जांदे भी करते हो, जदों मौका लगे कर लिया करिए भाई। दोपहरे सवेरे शाम कौन मना करता है, जदों समा लगे जिन्नियां पौड़ियां पढ़ियां जाण उन्नियां पढ़ लो। उहदे विच बचन सी पढ़दे ना कि सचियारा होइए। सचियार किवें होना बई, सच पल्ले होएगा तो सचियार हो जाएंगे। बड़ा प्यारा बचन महाराज जी का, पल्ले साच सच्चे सचियारा। जिन्हां दे पल्ले सच हुंदा है वो सच्चे साबित हो जाते हैं, जिहड़े सच्चे हुंदे ने उही सचियार हुंदे ने। जिन्हां दे झूठ पल्ले हुंदा है वो झूठे साबित हो जाते हैं, वो कुड़ियार हुंदे ने। महाराज कहण लगे सच खरा सचियारो वा। खरा सच जिन्हां दे पल्ले है वो सचियार ने। ते सानू विस्तृत ज्ञान च पता लगता है कि सचियार ही प्रभु की दरगाह च दाखल हुंदा है। सचियार नूं ही प्रभु के दर ते मान मिलता है। फिर समझाते कि थोड़ा जा कूड़ लभ जां थाए ना पासी। भाई जे सचियार नहीं हो सके, जे सच पल्ले नहीं लै सके, सच्चे घर टिक के सच्चे की सेवा नहीं कर सके, तो फिर पल्ले साडे की होएगा। इसदा मतलब सी सच तक नहीं पहुँच बनी। तो सच के अपोजिट की है कूड़, जिन्होंने असीं झूठ भी कहने, फिर कूड़ होएगा, झूठ होएगा। तो जिथे कूड़ है, जिथे झूठ है, उत्थे लालच होएगा। क्योंकि झूठ क्यों कोई बोलता है, आखिर उहदे पिछे कोई वजह होंदी तां ही झूठ बोलदा ना। असीं अपने आप नूं गहराई ना कदे वेखी, बचपन तो लैके अज तक असां जदों भी झूठ बोलिया उहदे पिछे कोई ना कोई वजह रही ना। भावें कदे मापियां पुछया, अपनी गलती नूं असीं छुपाया तो झूठ बोलिया। फिर अध्यापकां ने कोई गल पुछी तो असीं सच नहीं दसिया, झूठ बोलिया। बाद विच असीं अपने परिवारक मंडलां च भैण भरावां नाल झूठ बोलिया, स्पाउस नाल झूठ बोलदे आ, बच्चियां नाल। क्यों बोलना पैंदा है? पिछे कोई ऐसी वजह कारण हुंदा है। ठीक है, वो हर दे अपने अपने अलग अलग होणगे, उन्होंने कदे एक्सप्लेन नहीं करना चाहिए। कदे की भी किसी के निज की जिंदगी ते निज के कारणों नूं व्याख्यानां दे विच नहीं वरतना चाहिए। पर अपने बारे सोचना जरूर चाहिए कि मैं क्यों झूठ बोलिया सी। जे मैं अज तों बचपन च बोलिया तो क्यों बोलिया सी, कि सोच के देखिए, पता लगा हो सकता कोई चीज़ लुकाई होवे, कोई खा के आ गए होइए। इहदा मतलब कुछ लालच सी ना, खाण पीण दा, खेडण दा। बचपन च इन्ना की हुंदा है, यही खाण पीण दा, खेडण दा लालच भैण भरावां नाल, फिर थोड़े जे धन संपत्ति दे पदार्थ दा लालच भैण भरावां नाल, अपने कुछ आधारित जीवन कर्म ने उन्हां दा लालच या उन्हां दे छुपाओ अपने स्पाउस दे नाल हुंदा है भी मेरा भेत ना खुल जाए किते। फिर इस तरह कुछ अपने कीते हुए कामां दा वो का खुलासा ना मेरे बच्चों अगे हो जाए,
मैनूं झूठ बोलना पैंदा ते पिछे कुछ वजह है। तो महाराज ने दुनिया के तमाम वजहां नूं दो शब्दां च बन्नता है। जां ते भाई तू कुछ ना कुछ ऐसा कीता है जो ठीक नहीं सी, जिसनूं छुपा रहे हैं वो कूड़ सीगा। ऐसा जो कुछ भी है जो ठीक नहीं है, जिसनूं मैनूं छुपाना पै रहा है, कहंदे ने कूड़ है। तो जां फिर तू कोई लालच कीता, चोरी कीती है, भैन भरावां दे परिवारां च कीती, कोई लालच कीता। ये दो चीज़ां ने ना, जां ते तेरे अंदर कुछ कर्म माड़ा होया गलती ते जां ते इन्हां दोवां दे सदके अगे थां नहीं जे मिलना। कूड़ लभ जां जे किसे दे पल्ले कूड़ अते लालच है, थाए ना पासी, अगे थां नहीं जे मिलना। ते जाना सारे ना भाई असां अगे ही है, पिछे नहीं जा सकते। हुण ऐसा कोई ऑप्शन नहीं है किसी वापस रिवर्स बचपन से चले जाइए। ऐसा तो कोई टाइम मशीन नहीं है ना, किसी 2-4 बटन दबे तो हाँ जी बच्चे बन जावांगे। नहीं, सानू अगे ही जाना पैना। तो अगे तुरद्या तुरद्या एक दिन शरीर पिछे रह जाना, असीं होर अगे चले जाना। तो जदों शरीर पिछे रह गया, असीं अगे चले गए, तो फिर अगला राह भी तो पैना ना, जां मार्ग जिहदा पिछे 2-4 दिन आपां शब्द पढ़े सां वो भी पैना है। उतों अगे जदों जाना है तो सानू दरवाज़ा एक मिलना है। उस दरवाजे तो अगे कोई ले जान देगा कि नहीं, याद रखना उस दरवाजे तो अगे केवल सच्चियां नूं प्रवेश मिलता है। तो जिहड़े सच्चे नहीं हुंदे उन्होंने दरवाजे के नेड़े भी नहीं जान दिता जाता। वो फिर वापस भेजते जाते हैं। वापस भेजे गए तो जाओगे कित्थे, पिछला तो शरीर रहा कोई नहीं, पिछे परिवार नाल संबंध टुट चुका है, फिर कोई नवा शरीर लभना पैंदा है। वो कर्मां दे फिर वो नवीं कहानी धर्मराज की शुरू हो जाती है। गुरसिख इस कहानी के चक्कर च नहीं पैंदा। महाराज कहते भाई सच नूं सेवा कर लो, स्वीकार कर लो, तो फिर अगे चले जाओ। इसे करके साडे वडेरिया ने अज भी कदे कदे असीं समाजिक विग्यानियां की दृष्टि नाल पढ़दे सुनदे हाँ कि अगर तुसां कोई गलती कीती है, अगर तुहाडे तो कोई भुल हो गई है, तो खुले दिल दे नाल माफ़ी मंग लो। ठीक है, उस व्यक्ति को जाके माफ़ी नहीं मंग पा रहे होंदे, कई बार व्यक्ति संपर्क विच नहीं हुंदा, जीवन चों ही छुट के चला गया है, तो फिर कित्थे जाइए। अपने गुरु अगे आके दिल खोल दो, महाराज मेथों भुल्लां होईयां। भाई गुरदास साहब नूं कदे पढ़ के देखना। भाई साहब भाई गुरदास साहब जी वर्गी महान शख्सियत, एक विद्वान पुरख, तो गुरु साहब के प्यारियां चों प्यारे जिन्हां नूं श्री गुरु ग्रंथ साहब जी लिखण दा माण मिलदा है, वो की कहंदे ने, हाँ अपराधी महाराज मैं अपराधी है, गुनाहगार, बेमुख, मंदा, चोर, यार, जुआर, ये तमाम बेकार जितने काम आदमियां साडे समाज विच प्रचलित ने, वो सारे दे सारे भाई साहब जी ने इस पौड़ी च वरते ने। पता क्यों? भाई साहब ने पाप नहीं कीते, साडे चों किसी ने चोरी कीती है, साडे चों किसी ने यारी कीती है, साडे चों किसी ने कुड़ियारी कीती है, साडे चों किसी ने कुछ ना कुछ कीता होया। तो भाई जदों पौड़ी पढ़ांगे ना, ठहर के अपना पॉइंटेड पता लग जाएगा मैं किहदे नाल संबंधित हाँ। तो फिर की करिए, सिमर मुरीदा ढाडिया सतगुर बख्शंदा। वो भाई जे इन्हां चों कोई भी पॉइंट तेरे नाल ढुकदा है ना, तो फिर इंज कर सिमरन शुरू कर दे, गुरु की संगत विच आ जा, गुरु की शरण विच आ जा, तो सिमरन शुरू कर दे। सिमरन करना की हुंदा जी? क्योंकि प्रभ कै सिमरन मन की मल जाए, मन की मैल मिट जाएगी, तो मैल मिट गई तो निर्मल हो जाएगा, तो निर्मल हो गया तो सुच्चा हो जाएगा, सुच्चा हो गया तो सच मिल जाएगा। इस तरह स्टैप टू स्टैप चली जाए भी जे तुसीं जपांगे तो मन की मैल उतरेगी, मैल उतर गई तो निर्मल हो जाएंगे। निर्मल नूं ही आम धार्मिक शब्दावली च सुच्चा भी कहिंदे ने। सुच होएगी तो सच की प्राप्ति हो जाएगी, सच पल्ले हो गया तो तू सच्चा हो जाएगा, सच्चा हो गया तो सच्चार हो जाएगा, वो दरवाज़ा खुल जाएगा तेरे लिए। है तो एक तो चेन है ना, इस तरह वो चेना के मुताबिक ही जिन्होंने कहते जुगती नाल मुक्ति हुंदी है। कहने लगे कूड़ लभ जां, जे कूड़ ते लालच है ना तो फिर समझ ला थाए ना पासी,
फिर तैनूं थां नहीं मिलदा। ये पुरानी शब्दावली जो अज बोल चाल च नहीं रहिंदी। लहिंदे पंजाब के पुराने बजुर्ग बोलते हुंदे सी खासी पासी, ये शब्द पुरानी भाषा दे ने। जे तेरे अंदर कूड़ है च लालच है, तैनूं अगे थां नहीं मिलना। अगे लहै न ठाओ, अगे टिकाणा ही नहीं मिलना। अंतर आओ न बैसो कहिए, किसे ने कहना आओ जी। आ हुण साडे घर मेहमान आउंदे ते कहना आओ जी, जी आया नूं। ते कदे कदे कुछ बंदे साडे दरवाजे ते ऐसे भी आउंदे ने जिन्हां नूं वेख के असीं मूँह घुमा लैंदे आ। घर बैठे हुंदे आ, अगला दरवाज़ा खटखटा रहा हुंदा है, असीं उहनूं जी आया कहण वास्ते उठ के नहीं जांदे। ते बहुत ही जे दरवाज़ा बार बार खटखट करे तो असीं किसी बालके नूं अपने सेवक नूं भेज देने आ, कहण लगे फिर आयो, अज नहीं फिर कदे आयो, अज मुलाकात नहीं हो सकती। इस तरह कहण लगे जे तुसीं कूड़ ते लालच नाल भरे होए दरगाह दे उस मुकाम दरवाजे ते जाओगे ना, तो तुहानूं थां ठिकाणा नहीं मिलना। कोई किसे नहीं कहना अंतर आओ, अंदर आ जाओ, किसे नहीं जी बोलना। अंतर आओ ना बैसो, किसे बैठन लिए भी नहीं कहना। जो मजलसां च किते जाइए तो किसी ने इग्नोर करना तो की करने, जे खलोता तो खलोता रहे, आपे ढीठ हो के बह जाएगा। तो जे सानू 2 4 10 वारी कोई बंदा इग्नोर करे तो फिर की कर दो, कर जाना छड्ड दिंदे आ। तो उत्थे तो किसे पुछना ही कोई नहीं, ना किसे अंदर आओ कहना है, ना किसे बैसो कहना है, तुरे फिरते हो। अंतर आओ ना बैसो कही है, पता हालत किहो जी जो सुंझे घर काओ। जिवें सुंझे घर च कां आया, लभदा बोलदा ऐ लंघ गया ऐ लंघ गया, हुण कोई ढीम भी नहीं मारदा। नहीं तो वसते रस्ते घरां दे विच अगर कां बनेरे ते आ जाए तो फौरन लोग उड़ान चले जाते। कदे उड़ान जाते ने तो ठीक है, तीज त्योहारां ते लोग कां नूं रोटी पाउण भी जाते हैं। कां दे नाले दोनों काम हुंदे ने। अगों पिछों लोग ढीमा मार के उन्होंने अपने बनेरे तो उड़ाते हैं। तो कोई सौण शनिचर हुंदा तो लोग रोटी पका के छत ते सुੱਟ देंदे ने भी कां आएगा तो खा लेगा। भाव उन्होंने 2 चीज़ां मिलदियां ने, बेइज्जती भी मिलती है, धक्का भी मिलता है, तो रोटी भी मिल जाती है। पर सुन्ने घर च उन्होंने की मिलेगा? जो घर ही सुन्ना है, सारा दिन बनेरे ते बैठा बोलता रहे, किसे उड़ाना भी नहीं। तो जे उड़ाना नहीं तो कल रोटी भी किसे नहीं, बुरकी भी नहीं किसे पाउणी। इस तरह जो झूठ के आधार पर जावांगे, लभ लालच साडे अंदर होएगा, तो जिवें सुन्ने घर का प्राहुणा जिवें आउंदा उदां चला जांदा है। जिवें कां नूं कोई नहीं पुछदा सुन्ने घर च, इस तरह साडी अगे कोई पुछ पड़ताल नहीं होनी। बेपत होंदे फिरांगे, इधर उधर भटकदे, कंधां च मत्थे मारांगे, शायद ते कंधां भी नहीं मिलनियां मत्थे मारन लई। कुछ भी ते महाराज ने पिछे जिक्र सी ना, जम मार्ग पंथ न सुझी, उजड़ अंध गुबारो वा, उत्थे तो कुछ भी नज़र ही नहीं आना। कहन लगे जो सुने कर काओ, महाराज फिर साडे ते कृपा करो ना, कुछ सानू मत दे दिओ। कहन लगे सुनो, जम्मण मरण वड्डा विछोड़ा, ये 2 चीज़ां समझ लो। जन्म अते मौत 2 ऐसे पक्ष ने जो करते दे ना विछोड़े दे पक्ष नूं संसार च लैके आउंदे ने। जन्म दे नाल संसार नाल जुड़ जाईदा है, ते एक बार निरंकार तो टुट जाईदा है। सारिआं नूं पता ना, जन्म के समय एक बार साडी लिव टुटदी है, निरंकार तो टुट जाईदा जन्म के समय, तो संसार नाल जुड़ जाईदा है। मृत्यु के समय परिवार तो टुट जाईदा है, तो संभावना हुंदी निरंकार नाल जुड़ जावांगे। इस करके दोनों पासे विछोड़ा तो रहिंदा इहदे। जम्मण मरण वड्डा विछोड़ा, ये जन्म ते मौत 2 कलावां वो ने करते दियां जो विछोड़े के आधार पर चलदियां ने। इन्हां दे एक पासे विछोड़ा हुंदा है ते एक पासे मिलाप हुंदा है। जन्म दे नाल करता पुरख दा विछोड़ा यकीनन, ते परिवार नाल मिलाप भी यकीनन है। पर मौत दे नाल परिवार तो विछोड़ा भी यकीनन है, ते अगे मिलाप होएगा कि नहीं पता नहीं। बिन सह जग सबाए, महाराज कहन लगे इसे करके संसार जन्म ते मरण के चक्र च पिया होया, इन्हां 2 गल्लां नूं समझ नहीं पाया, इन्हां यकीनन प्राप्तियां नहीं कर पाया, ते बिन विनाशता भाईवाल बन गया, विनाशित हो रहा। जो इहदा बनतर बनी सी वो भी विनाश हो रही है। हौली हौली स्लो डाउन असीं मुक्कदे जा रहे हैं। की करिए महाराज?
कहने लगे लब धंधै माया जगत भुलाया काल खड़ा रुआए। चेता रखना साढ़े सिर ते काल खड़ा है ते सानू माया ने धंधियां दे चक्कर च भुला दिता है। करता पुरख ने सानू किरत बख्शी। याद रखना इसे करके शब्दां दा थोड़ा जिहा भेत पै जांदा है। टीकाकारी दे अखरी अर्थां च काम इक्को जिहा हो जांदा है। संसार दे बोल बाणियां विच भी शायद उन्हां दा अर्थ इक हुंदा है, पर जदों असीं उस नूं धार्मिक मंडलां जाके जो असीं कदे कदे आध्यात्मिक खेतर कई ने उत्थे पढ़दे हां ते भाव बदल जाते हैं। अज कोई व्यक्ति उंज संसार बाजार च की कहंदा भी किसी धंधे लग गए हो, असीं कहने हाँ जे कोई काम धंधा करदे हो, पर धार्मिक शब्दावली ते रिस्पैक्टेबल शब्दावली जदों असीं कहने किरत करदे कोई, हाँ जी करदे, ते उत्थे धंधे नूं गलत नज़र ना देखिया जांदा है। किरत करना सत्कारयोग है, धंधा पिटना माड़ा हो जाता है। महाराज कहने लगे जो माया का प्रभाव साढ़े ते पैंदा है तो समझ लो व्यक्ति उसे किरत नूं करदा करदा किरत कर नहीं पांदा, धंधे दे रूप पिटन लग पैंदा है। धंधा पिट्यो भाईओ तुम कूड़ कमावो, वो ना सुने काथे तुम लोक सुनावो। लब धंधा माया लालच दे करके मनुख धंधियां च फस जांदा है ते माया ने जगत नूं असलीयत मार्ग तो भुला दिता हुंदा है। क्योंकि दबाव ते प्रभाव माया दा वरता है, लालच माया करके प्रभावित करता है सानू, ते उहदे करके असीं अपने जीवन दे असली सही पंध तो उखड़ जाने आ। ते जदों असीं सही पंध तो उखड़ जाने आ ते रस्ते च कौन मिलदा फिर सानू? काल मिल जांदा है, फिर मौत आ जांदी है, फिर काल खड़ा, फिर साडे सिर ते काल खड़ा है। ते हुण कर की रिहा? रुआए। रुवाए दे टीकाकार ने अपने अपने अर्थ किए, पर सरल पंजाबी च समझिए रुवाना, किसी तो कम भी करवाना लेकिन उन्होंने रुवा के कराना, भाव अत्यंत टार्चर करना, अत्यंत परेशान कर देना। अज असीं बहुते जी कम ते कर रहे हैं पर रो के कर रहे हैं। आ लोग जी ते रहे ने पर रो रहे ने, कोई खुशी ना नहीं जी रहे, खुशी ना कम नहीं कर रहे, खुशी ने संसार नहीं हंडा रहे, रो रहे। क्यों? कौन रुवा रहे सानू? कोई भैन भरा रुवा रहे? नहीं, काल खड़ा रुआए। साडे तो ने ऐसा प्रैशर पाता है लोभ लालचां दा, ऐसा साडे ते माया दा दबाव पै गया है कि असीं कार विहार कर धंधियां नूं भी रोण पिटण च पा के बह गए हां। बेशक असीं हटकोरे लैके नहीं रोंदे, पर जीवन रो रो के पार कर रहे हैं। अगलियां गल्लां कुछ बैठ के कल फिर वाचांगे होर गहराइयां, क्योंकि इलाहणियां दे इस संपूर्णता दे बचन ने समय दे नाल पढ़दे सुनदे वाचते चलांगे। गुरुदेव कृपा करन, भुल चुक दी खिमा, आसीस अते प्यार देना फतेह बुलावना। वाहिगुरू जी का खालसा, वाहिगुरू जी की फतेह।